Good evening, students. How are you? I hope you all will be fine at your homes. Students, ਹੁਣ ਤੱਕ ਆਪਾਂ 4 ਚੈਪਟਰ ਕੰਪਲੀਟ ਕਰ ਚੁੱਕੇ ਹਾਂ ਤੇ ਮੈਨੂੰ ਉਮੀਦ ਹੈ ਤੁਸੀਂ ਆਪਣੀਆਂ ਕਾਪੀਜ਼ ਦੇ ਉੱਪਰ ਵੀ ਲਿਖ ਲਏ ਹੋਣੇ ਆ ਤੇ ਅੱਜ ਆਪਾਂ ਪੜਾਂਗੇ ਚੈਪਟਰ 5 ਮੂਰਖ ਕਾਂ। ਇਸ ਕਹਾਣੀ ਵਿੱਚ ਮੂਰਖਤਾ ਭਰੇ ਕੰਮਾਂ ਤੋਂ ਦੂਰ ਰਹਿਣ, ਸੋਚ ਵਿਚਾਰ ਕੇ ਕੰਮ ਕਰਨ ਤੇ ਘਮੰਡ ਨਾ ਕਰਨ ਦੀ ਸਿੱਖਿਆ ਦਿੱਤੀ ਗਈ ਹੈ ਤੇ ਅੱਜ ਆਪਾਂ ਇਹ ਸਟੋਰੀ ਹੁਣ ਪੜਾਂਗੇ। ਪੁਰਾਤਨ ਸਮੇਂ ਦੀ ਗੱਲ ਹੈ। ਇੱਕ ਵਾਰ ਜੰਗਲ ਵਿੱਚ ਕੁਝ ਕਾਂ ਇਕੱਠੇ ਝੁੰਡ ਵਿੱਚ ਰਹਿੰਦੇ ਸਨ। ਉਹ ਸਾਰੇ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਸਨ ਤੇ ਸੁਖੀ ਜੀਵਨ ਬਸਰ ਕਰ ਰਹੇ ਸਨ। ਉਹਨਾਂ ਵਿੱਚੋਂ ਇੱਕ ਕਾਂ ਕੁਝ ਘਮੰਡੀ ਕਿਸਮ ਦਾ ਸੀ। ਆਪਣੇ ਆਪ ਨੂੰ ਬਾਕੀ ਸਾਥੀਆਂ ਨਾਲੋਂ ਵਧੀਆ, ਖਾਸ ਸਿੱਧ ਕਰਨ ਲਈ ਉਹ ਕੁਝ ਨਾ ਕੁਝ ਮੂਰਖਤਾ ਭਰੇ ਕੰਮ ਕਰਦਾ ਰਹਿੰਦਾ ਸੀ। ਵਧੀਆ ਭਾਵ ਉੱਤਮ। ਉਹਨਾਂ ਵਿੱਚੋਂ ਸਭ ਤੋਂ ਵੱਡੀ ਉਮਰ ਦਾ ਸਿਆਣਾ ਕਾਂ ਉਸਨੂੰ ਕਈ ਵਾਰ ਨਸੀਹਤਾਂ ਦੇ ਚੁੱਕਾ ਸੀ। ਉਸਦੀਆਂ ਗੱਲਾਂ ਸੁਣ ਕੇ ਮੂਰਖ ਕਾਂ ਕੁਝ ਦਿਨ ਤਾਂ ਠੀਕ ਠਾਕ ਕੱਟ ਲੈਂਦਾ, ਪਰ ਫਿਰ ਉਹ ਆਪਣੇ ਕਿਸੇ ਨਾ ਕਿਸੇ ਮੂਰਖਤਾ ਭਰੇ ਕੰਮ ਦੁਆਰਾ ਬਾਕੀ ਸਾਥੀਆਂ ਨੂੰ ਪਰੇਸ਼ਾਨ ਕਰ ਦਿੰਦਾ। ਸਾਰੇ ਕਾਂ ਉਸ ਮੂਰਖ ਕਾਂ ਤੋਂ ਤੰਗ ਆ ਚੁੱਕੇ ਸਨ। ਇੱਕ ਵਾਰ ਦੀ ਗੱਲ ਹੈ, ਉਹ ਮੂਰਖ ਕਾਂ ਦੇ ਹੱਥ ਵਿੱਚ ਮੋਰ ਦਾ ਰੰਗਦਾਰ ਖੰਭ ਲੱਗ ਗਿਆ। ਖੰਭ ਪ੍ਰਾਪਤ ਕਰਨ ਤੋਂ ਬਾਅਦ ਉਸ ਕਾਂ ਦੀਆਂ ਤਾਂ ਵਾਛਾਂ ਖਿੜ ਗਈਆਂ। ਉਸ ਦੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ। ਉਸ ਨੂੰ ਇੰਜ ਲੱਗਾ ਜਿਵੇਂ ਉਸ ਦੇ ਹੱਥ ਅਨਮੋਲ ਖਜ਼ਾਨਾ ਲੱਗ ਗਿਆ ਹੋਵੇ। ਅਨਮੋਲ ਭਾਵ ਕੀਮਤੀ ਖਜ਼ਾਨਾ। ਉਹ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝ ਰਿਹਾ ਸੀ। ਉਸ ਨੇ ਉਸ ਖੰਭ ਨੂੰ ਆਪਣੇ ਖੰਭਾਂ ਵਿੱਚ ਫਸਾ ਲਿਆ ਤੇ ਉਹ ਸਮਝਣ ਲੱਗਾ ਕਿ ਹੁਣ ਉਹ ਭੱਦਾ ਨਹੀਂ ਲੱਗ ਰਿਹਾ। ਭੱਦਾ ਮੀਨਸ ਭੈੜਾ। ਉਹ ਆਪਣੇ ਆਪ ਨੂੰ ਰੰਗਦਾਰ ਖੰਭਾਂ ਵਾਲਾ ਸਮਝ ਕੇ ਸੋਹਣੇ ਮੋਰ ਦੇ ਸਮਾਨ ਸੁੰਦਰ ਆਪਣੇ ਆਪ ਨੂੰ ਸਮਝਣ ਲੱਗਾ। ਉਹ ਮੋਰ ਦੇ ਖੰਭ ਲਗਾ ਕੇ ਆਪਣੇ ਆਪ ਨੂੰ ਮੋਰ ਹੀ ਸਮਝਣ ਲੱਗਾ। ਉਹ ਮੂਰਖ ਕਾਂ ਇੱਧਰ ਉੱਧਰ ਘੁੰਮ ਫਿਰ ਕੇ ਸਾਰਿਆਂ ਨੂੰ ਆਪਣੀ ਸੁੰਦਰਤਾ ਵੱਲ ਆਕਰਸ਼ਿਤ ਕਰਨ ਦਾ ਯਤਨ ਕਰਨ ਲੱਗਾ। ਉਹ ਮੋਰ ਵਾਂਗ ਪੈਲਾਂ ਪਾਉਣ ਦੀ ਕੋਸ਼ਿਸ਼ ਵੀ ਕਰਨ ਲੱਗਾ, ਪਰ ਉਹ ਅਜਿਹਾ ਕਰਨ ਵਿੱਚ ਕਾਮਯਾਬ ਨਾ ਹੋ ਸਕਿਆ। ਕਾਮਯਾਬ ਭਾਵ ਸਫਲ ਨਾ ਹੋ ਸਕਿਆ। ਮੋਰ ਦਾ ਖੰਭ ਲਗਾ ਕੇ ਉਹ ਕਾਂ ਆਪਣੇ ਸਾਥੀਆਂ ਨੂੰ ਵਿਖਾਉਣ ਲਈ ਚੱਲ ਪਿਆ। ਉਹ ਬੜੇ ਘਮੰਡ ਨਾਲ ਆਪਣੇ ਸਾਥੀਆਂ ਕੋਲ ਗਿਆ। ਅੱਗੇ ਪਿੱਛੇ ਘੁੰਮ ਕੇ ਖੰਭ ਵਿਖਾਉਣ ਲੱਗਾ। ਉਸਦੇ ਬਾਕੀ ਸਾਥੀ ਕਾਂ ਜਾਣਦੇ ਸਨ ਕਿ ਇਹ ਖੰਭ ਕਾਂ ਦਾ ਆਪਣਾ ਨਹੀਂ, ਸਗੋਂ ਉਸਨੇ ਮੋਰ ਦਾ ਖੰਭ ਲਗਾਇਆ ਹੋਇਆ ਹੈ। ਇਸ ਲਈ ਉਹਨਾਂ ਨੇ ਇਸ ਸੰਬੰਧੀ ਕੁਝ ਨਾ ਕਿਹਾ। ਕਾਂ ਤਾਂ ਸੋਚਦਾ ਸੀ ਕਿ ਉਸਦੇ ਸਾਥੀ ਉਸ ਤੋਂ ਆਕਰਸ਼ਿਤ ਹੋਣਗੇ, ਉਸਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਨਗੇ। ਪ੍ਰਸ਼ੰਸਾ ਭਾਵ ਤਾਰੀਫ ਕਰਨਗੇ। ਪਰ ਅਜਿਹਾ ਕੁਝ ਨਾ ਹੋਇਆ ਵੇਖ ਕੇ ਉਸ ਕਾਂ ਨੂੰ ਬਹੁਤ ਗੁੱਸਾ ਆਇਆ। ਗੁੱਸੇ ਵਿੱਚ ਉਸਨੇ ਆਪਣੇ ਸਾਥੀਆਂ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕੀਤਾ। ਉਸਨੇ ਘਮੰਡ ਵਿੱਚ ਆ ਕੇ ਆਪਣੇ ਸਾਥੀਆਂ ਨੂੰ ਕਾਲੇ ਭੱਦੇ ਬੋਲਣਾ ਸ਼ੁਰੂ ਕਰ ਦਿੱਤਾ। ਉਸਨੇ ਕਿਹਾ, ਮੈਂ ਤੁਹਾਡੇ ਵਰਗੇ ਕਾਲੇ ਭੱਦੇ ਸਾਥੀਆਂ ਨਾਲ ਨਹੀਂ ਰਹਿ ਸਕਦਾ। ਤੁਹਾਡੇ ਵਰਗੇ ਕਰੂਪ ਸਾਥੀਆਂ ਨਾਲ ਰਹਿ ਕੇ ਮੇਰੀ ਸੁੰਦਰਤਾ ਨੂੰ ਵੀ ਗ੍ਰਹਿਣ ਲੱਗ ਜਾਏਗਾ। ਇਸ ਲਈ ਮੈਂ ਤੁਹਾਨੂੰ ਛੱਡ ਕੇ ਆਪਣੇ ਵਰਗੇ ਸੁੰਦਰ ਮੋਰਾਂ ਨਾਲ ਜਾ ਕੇ ਰਹਾਂਗਾ। ਇਹ ਕਹਿ ਕੇ ਉਹ ਬਾਕੀ ਸਾਥੀਆਂ ਕੋਲੋਂ ਉੱਡ ਕੇ ਮੋਰਾਂ ਦੇ ਨਿਵਾਸ ਸਥਾਨ ਵੱਲ ਚਲਾ ਗਿਆ। ਨਿਵਾਸ ਸਥਾਨ ਭਾਵ ਰਹਿਣ ਦੀ ਥਾਂ। ਉਸ ਦੇ ਬਾਕੀ ਸਾਥੀ ਜੋ ਹਰ ਉਸ ਦੀ ਗਲਤੀ ਨੂੰ ਅਣਦੇਖਿਆ ਕਰ ਦਿੰਦੇ ਸਨ, ਇਹ ਗੱਲ ਉਹਨਾਂ ਦੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਸੀ। ਇਸ ਲਈ ਉਹਨਾਂ ਨੇ ਕਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ। ਮੂਰਖ ਕਾਂ ਬੜੇ ਘਮੰਡ ਵਿੱਚ ਆਇਆ। ਮੋਰਾਂ ਦੇ ਨਿਵਾਸ ਸਥਾਨ ਤੇ ਪਹੁੰਚਿਆ। ਉਹ ਸੋਚ ਰਿਹਾ ਸੀ ਕਿ ਇਹਨਾਂ ਮੋਰਾਂ ਦੇ ਨਾਲ ਰਹਿ ਕੇ ਮੇਰੀ ਸੁੰਦਰਤਾ ਨੂੰ 4 ਚੰਨ ਲੱਗ ਜਾਣਗੇ ਤੇ ਉਹ ਖੁਸ਼ੀ-ਖੁਸ਼ੀ ਇੱਥੇ ਜੀਵਨ ਬਸਰ ਕਰ ਸਕੇਗਾ। ਇਹਨਾਂ ਖਿਆਲਾਂ ਵਿੱਚ ਗੁਆਚਿਆ ਉਹ ਮੋਰਾਂ ਦੇ ਝੁੰਡ ਵਿੱਚ ਆ ਕੇ ਬੈਠ ਗਿਆ। ਮੋਰਾਂ ਨੇ ਜਦੋਂ ਵੇਖਿਆ ਇੱਕ ਕਾਂ ਉਹਨਾਂ ਦਾ ਖੰਭ ਲਗਾ ਕੇ ਉਹਨਾਂ ਦੇ ਝੁੰਡ ਵਿੱਚ ਆ ਕੇ ਬੈਠ ਗਿਆ ਹੈ ਤਾਂ ਉਹ ਬਹੁਤ ਹੈਰਾਨ ਰਹਿ ਗਏ। ਉਹਨਾਂ ਨੂੰ ਉਸ ਉੱਪਰ ਗੁੱਸਾ ਆਇਆ। ਉਹ ਆਪਣੇ ਝੁੰਡ ਵਿੱਚ ਕਾਂ ਨੂੰ ਰਹਿਣ ਨਹੀਂ ਦੇਣਾ ਚਾਹੁੰਦੇ ਸਨ। ਉਹਨਾਂ ਵਿੱਚੋਂ ਇੱਕ ਮੋਰ ਬੋਲਿਆ, ਤੇਰੀ ਹਿੰਮਤ ਕਿਵੇਂ ਹੋਈ ਸਾਡੇ ਝੁੰਡ ਵਿੱਚ ਆਉਣ ਦੀ? ਇਹ ਸਾਡਾ ਖੰਭ ਤੂੰ ਕਿੱਥੋਂ ਚੋਰੀ ਕੀਤਾ ਹੈ? ਤੂੰ ਇੱਥੇ ਕੀ ਕਰਨ ਆਇਆ ਹੈ? ਮੋਰ ਦੀ ਅਜਿਹੀ ਕੜਕਵੀਂ ਆਵਾਜ਼ ਸੁਣ ਕੇ ਕਾਂ ਡਰ ਗਿਆ। ਉਹ ਕਹਿਣ ਲੱਗਾ, ਮੈਂ ਵੀ ਤੁਹਾਡੇ ਵਰਗੇ ਖੂਬਸੂਰਤ ਖੰਭਾਂ ਦਾ ਮਾਲਕ ਹਾਂ, ਇਸ ਕਰਕੇ ਮੈਂ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ। ਕਾਂ ਦਾ ਇਹ ਉੱਤਰ ਸੁਣ ਕੇ ਮੋਰ ਗੁੱਸੇ ਵਿੱਚ ਆ ਗਏ। ਉਹਨਾਂ ਵਿੱਚੋਂ ਇੱਕ ਮੋਰ ਨੇ ਅੱਗੇ ਹੋ ਕੇ ਕਾਂ ਦੁਆਰਾ ਲਗਾਇਆ ਖੰਭ ਖਿੱਚ ਲਿਆ ਤੇ ਬੋਲਿਆ, ਹੁਣ ਦੱਸ ਇਹ ਖੰਭ ਕਿਸ ਦਾ ਹੈ, ਤੇਰਾ ਜਾਂ ਸਾਡਾ? ਇਹ ਖੰਭ ਤਾਂ ਤੂੰ ਕਿਤੋਂ ਚੁੱਕ ਕੇ ਆਪਣੇ ਖੰਭਾਂ ਵਿੱਚ ਲਗਾ ਲਿਆ ਹੈ। ਇਸ ਤਰ੍ਹਾਂ ਸਾਡਾ ਰੰਗਦਾਰ ਖੰਭ ਲਗਾ ਕੇ ਕੋਈ ਵੀ ਕਾਲਾ ਕਾਂ ਸਾਡੀ ਬਰਾਬਰੀ ਨਹੀਂ ਕਰ ਸਕਦਾ। ਚੁੱਪਚਾਪ ਇੱਥੋਂ ਚਲਾ ਜਾ ਤਾਂ ਤੇਰੇ ਲਈ ਚੰਗਾ ਹੋਵੇਗਾ।
ਮੋਰਾਂ ਦੁਆਰਾ ਦਿੱਤੀ ਧਮਕੀ ਤੋਂ ਡਰ ਕੇ ਕਾਂ ਇੱਕਦਮ ਉੱਥੋਂ ਉੱਡ ਗਿਆ। ਉਸਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਉਸ ਨਾਲ ਅਜਿਹਾ ਕੁਝ ਹੋਵੇਗਾ। ਉਸ ਦਾ ਸਾਰਾ ਘਮੰਡ ਚਕਨਾਚੂਰ ਹੋ ਗਿਆ ਤੇ ਉਹ ਵਿਚਾਰਾ ਮੂੰਹ ਮਸੋਸ ਕੇ ਦੁਬਾਰਾ ਆਪਣੇ ਸਾਥੀਆਂ ਵੱਲ ਤੁਰ ਪਿਆ। ਜਿਵੇਂ ਹੀ ਉਹ ਕਾਂ ਆਪਣੇ ਸਾਥੀਆਂ ਕੋਲ ਪਹੁੰਚਿਆ, ਉਸਦੇ ਸਾਥੀਆਂ ਨੇ ਉਸ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਇਸ ਵਾਰ ਉਹ ਮੂਰਖ ਕਾਂ ਦੀ ਮੂਰਖਤਾ ਅਤੇ ਘਮੰਡੀ ਵਤੀਰੇ ਨੂੰ ਸਹਿਣ ਨਹੀਂ ਕਰ ਸਕੇ। ਉਹਨਾਂ ਨੇ ਕਾਂ ਨੂੰ ਬਾਕੀ ਸਾਥੀਆਂ ਦੇ ਕੀਤੇ ਅਪਮਾਨ ਬਾਰੇ ਯਾਦ ਕਰਵਾਉਂਦਿਆਂ ਕਿਹਾ, ਅਪਮਾਨ ਭਾਵ ਨਿਰਾਦਰ, ਕਿਹਾ ਤੂੰ ਸਾਡੇ ਨਾਲ ਇਸ ਝੁੰਡ ਵਿੱਚ ਨਹੀਂ ਰਹਿ ਸਕਦਾ। ਅਸੀਂ ਬਾਕੀ ਸਾਰੇ ਸਾਥੀ ਮਿਲ ਜੁਲ ਕੇ ਬੜੇ ਸੰਤੁਸ਼ਟ ਹੋ ਕੇ ਜੀਵਨ ਬਿਤਾ ਰਹੇ ਹਾਂ। ਅਸੀਂ ਤੇਰੇ ਵਰਗੇ ਮੂਰਖ ਅਤੇ ਘਮੰਡੀ ਕਾਂ ਨੂੰ ਆਪਣੇ ਝੁੰਡ ਵਿੱਚ ਰਹਿਣ ਦੀ ਆਗਿਆ ਨਹੀਂ ਦੇ ਸਕਦੇ। ਕਾਂ ਨੂੰ ਆਪਣੇ ਸਾਥੀਆਂ ਕੋਲੋਂ ਅਜਿਹੇ ਵਤੀਰੇ ਦੀ ਉਮੀਦ ਨਹੀਂ ਸੀ। ਉਸਨੇ ਆਪਣੇ ਪੱਖ ਵਿੱਚ ਦਲੀਲਾਂ ਦੇਣ ਦੀ ਕੋਸ਼ਿਸ਼ ਕੀਤੀ। ਦਲੀਲਾਂ ਭਾਵ ਤਰਕ ਦੇਣ ਦੀ ਕੋਸ਼ਿਸ਼ ਕੀਤੀ, ਭਾਵ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਦੇ ਸਾਥੀ ਉਸਦੀ ਕੋਈ ਗੱਲ ਨਹੀਂ ਸੁਣਨਾ ਚਾਹੁੰਦੇ ਸਨ। ਕਾਂ ਆਪਣੀ ਗਲਤੀ ਉੱਤੇ ਪਛਤਾ ਰਿਹਾ ਸੀ, ਪਰ ਹੁਣ ਕੁਝ ਨਹੀਂ ਸੀ ਹੋ ਸਕਦਾ। ਆਪਣੀ ਮੂਰਖਤਾ ਅਤੇ ਘਮੰਡ ਕਾਰਨ ਉਸਨੇ ਆਪਣੇ ਸਾਥੀਆਂ ਦਾ ਸਾਥ ਖੁੰਝਾ ਦਿੱਤਾ ਤੇ ਇਕੱਲਾ ਰਹਿ ਗਿਆ। ਸੋ ਵਿਦਿਆਰਥੀਓ, ਆਪਾਂ ਇਸ ਸਟੋਰੀ ਦੇ ਵਿੱਚ ਪੜ੍ਹਿਆ ਹੈ ਕਿ ਇਸ ਕਹਾਣੀ ਵਿੱਚ ਇੱਕ ਦੱਸਿਆ ਗਿਆ ਹੈ ਕਿ ਮੂਰਖਤਾ ਭਰੇ ਕੰਮਾਂ ਤੋਂ ਦੂਰ ਰਹਿਣ, ਸੋਚ ਵਿਚਾਰ ਕੇ ਕੰਮ ਕਰਨ ਤੇ ਘਮੰਡ ਨਾ ਕਰਨ ਦੀ ਸਿੱਖਿਆ ਦਿੱਤੀ ਗਈ ਹੈ। ਜਿਵੇਂ ਕਾਂ ਨੇ ਆਪਣੇ ਮੂਰਖਤਾ ਭਰੇ ਕੰਮਾਂ ਦੇ ਨਾਲ ਆਪਣੇ ਸਾਥੀਆਂ ਦਾ ਸਾਥ ਵੀ ਖੋ ਲਿਆ ਤੇ ਉਸ ਨੂੰ ਮੋਰਾਂ ਦਾ ਸਾਥ ਵੀ ਨਹੀਂ ਮਿਲਿਆ ਤੇ ਅਖੀਰ ਵਿੱਚ ਉਸਦੇ ਪੱਲੇ ਸਿਰਫ ਪਛਤਾਉਣਾ ਰਹਿ ਗਿਆ। ਇਸ ਕਹਾਣੀ ਨੂੰ ਬਾਰ-ਬਾਰ ਸੁਣਨਾ ਹੈ, ਸਮਝਣਾ ਹੈ ਤੇ ਇਸ ਨਾਲ ਸੰਬੰਧਿਤ ਬੈਕ ਐਕਸਰਸਾਈਜ਼ ਤੇ ਕੁਐਸਚਨ ਆਨਸਰ ਤੁਹਾਨੂੰ ਨੈਕਸਟ PDF ਫਾਈਲ ਦੇ ਵਿੱਚ ਮਿਲ ਜਾਣਗੇ। ਧੰਨਵਾਦ।